ਜਿੰਨਾ ਵੀ ਅਗਰ ਬਚਾਅ ਕਰ ਸਕਦੇ ਹੋ ਰੀੜ ਦੀ ਹੱਡੀ ਦਾ ਔਰ ਹੈਡ ਇੰਜਰੀ ਦਾ ਬਚਾਅ ਕੀਤਾ ਜਾਵੇ। ਬਾਈਕ ਐਕਸੀਡੈਂਟਸ ਨੇ, ਕਾਰ ਸੀਟ ਬੈਲਟ ਨਹੀਂ ਲਗਾਉਂਦੇ ਤਾਂ ਮੇਰੇ ਕੋਲ ਕੇਸ ਆਉਂਦੇ ਨੇ ਕਿ ਕਾਰ ਐਕਸੀਡੈਂਟ ਹੋਇਆ, ਸਾਹਮਣੇ ਸ਼ੀਸ਼ੇ 'ਚ ਵੱਜੇ, ਸਰਵਾਈਕਲ ਇੰਜਰੀ ਹੋ ਗਈ, ਗਲੇ ਦੀ ਹੱਡੀ ਟੁੱਟ ਗਈ। ਜਦੋਂ ਵੀ ਇਹ ਇੰਜਰੀ ਹੁੰਦੀ ਹੈ ਤਾਂ ਇੰਜਰੀ ਤੋਂ ਬਾਅਦ ਸਡਨ ਆਪਰੇਟ ਹੋ ਜਾਂਦਾ ਹੈ। ਆਪਰੇਟ ਤੋਂ ਬਾਅਦ ਅੱਗੇ ਕੀ ਕਰਨਾ ਨਹੀਂ ਪਤਾ ਹੁੰਦਾ। ਔਰ ਫਿਜ਼ੀਓਥੈਰੇਪੀ ਜਦੋਂ ਕਰਵਾਉਣ ਅਸੀਂ ਜਾਂਦੇ ਸ਼ੁਰੂ ਕਰ ਦਿੰਦੇ ਹਾਂ, ਇਹਦੇ ਵਿੱਚ ਬਹੁਤ ਪੇਸ਼ੈਂਸ ਰੱਖਣੇ ਪੈਂਦੇ ਇਸ ਇੰਜਰੀ ਦੇ ਵਿੱਚ। ਕਦੋਂ ਤੁਹਾਡੀ ਲਾਈਫ ਚੱਲਦੇ ਫਿਰਦੇ ਤੋਂ ਬੈੱਡ ਤੇ ਆ ਗਈ ਔਰ ਬੈੱਡ ਤੋਂ ਬਾਅਦ ਜਦੋਂ ਵੀਲਚੇਅਰ ਤੇ ਆਉਂਦੀ ਹੈ ਤਾਂ ਉਹਨੂੰ ਐਕਸੈਪਟ ਕਰਨਾ ਹਰ ਬੰਦੇ ਲਈ ਟਫ ਹੁੰਦਾ ਕਿ ਮੈਂ ਤਾਂ ਚੱਲਦਾ ਫਿਰਦਾ ਸੀਗਾ। ਲੈਟਰਿੰਗ ਬਾਥਰੂਮ ਦਾ ਨਹੀਂ ਪਤਾ ਲੱਗਦਾ ਹੈਗਾ ਕਦੋਂ ਕੱਪੜੇ ਖਰਾਬ ਹੋ ਜਾਣਗੇ। ਇਸ ਕਾਰਨ 99% ਲੋਕ ਘਰਾਂ ਚੋਂ ਨਹੀਂ ਨਿਕਲਦੇ। ਯੂਰਨ ਬੈਗ ਲੱਗੇ ਹੋਏ ਨੇ ਕਿ ਯੂਰਨ ਦਾ ਕੋਈ ਕੰਟਰੋਲ ਨਹੀਂ ਹੈ, ਟਾਇਲਟ ਦਾ ਕੋਈ ਕੰਟਰੋਲ ਨਹੀਂ ਹੈ। ਇਸ ਇੰਜਰੀ ਦੇ ਵਿੱਚ ਸਭ ਤੋਂ ਵੱਡੀ ਮਾਰ ਪੈਂਦੀ ਹੈ ਬੈੱਡ ਸੋਰ ਔਰ ਯੂਰਨ ਇਨਫੈਕਸ਼ਨ। ਇਹ ਦੋ ਚੀਜ਼ਾਂ ਤੋਂ ਅਗਰ ਪੇਸ਼ੈਂਟ ਬਚ ਜਾਂਦਾ ਵਾ ਤਾਂ ਉਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਪੇਸ਼ੈਂਟ ਦੀ ਕਾਉਂਸਲਿੰਗ ਬਹੁਤ ਜ਼ਰੂਰੀ ਹੈ ਜੋ ਕਿ ਅਸੀਂ ਕਰਦੇ ਹਾਂ। ਕਾਉਂਸਲਿੰਗ ਤੋਂ ਬਾਅਦ ਫੈਮਿਲੀ ਦੀ ਕਾਉਂਸਲਿੰਗ ਬਹੁਤ ਜ਼ਰੂਰੀ ਹੈ। ਫੈਮਿਲੀ ਵੀ ਕਈ ਵਾਰੀ ਕੀ ਹੁੰਦਾ, ਫੈਮਿਲੀ ਐਕਸੈਪਟ ਨਹੀਂ ਕਰਦੀ ਕਿ ਸਾਡਾ ਬੱਚਾ ਵੀਲਚੇਅਰ ਤੇ ਕਿਉਂ ਰਵੇ, ਕਿ ਕਿਸੇ ਵੀ ਤਰੀਕੇ ਚੱਲਣਾ ਚਾਹੀਦਾ ਹੈ। ਸਤਿ ਸ਼੍ਰੀ ਅਕਾਲ। ਟੀਵੀ ਪੰਜਾਬ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਅਮਨਦੀਪ ਨਿੱਕਾ ਸਵਾਗਤ ਕਰਦੀ ਹਾਂ। ਰੀੜ ਦੀ ਹੱਡੀ ਸਾਡੇ ਸਰੀਰ ਦਾ ਥੰਮ ਹੁੰਦੀ ਹੈ। ਰੀੜ ਦੀ ਹੱਡੀ ਤੇ ਸਾਰਾ ਸਰੀਰ ਟਿਕਿਆ ਹੁੰਦਾ ਹੈ। ਰੀੜ ਦੀ ਹੱਡੀ ਤੇ ਸੱਟ ਲੱਗ ਜਾਵੇ ਤਾਂ ਤੁਸੀਂ ਸਦਾ ਲਈ ਬੈੱਡ ਤੇ ਹੀ ਪੈ ਸਕਦੇ ਹੋ, ਪਰ ਰੀੜ ਦੀ ਸੱਟ ਦੀ ਅਵੇਅਰਨੈਸ ਜੋ ਦਿੰਦੇ ਨੇ ਉਹ ਸਾਡੇ ਨਾਲ ਮੌਜੂਦ ਨੇ ਡਾਕਟਰ ਗੁਰਜੋਤ ਹੁਣੀ। ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਟੀਵੀ ਪੰਜਾਬ ਤੇ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਡਾਕਟਰ ਗੁਰਜੋਤ ਜੀ, ਪਹਿਲਾਂ ਤਾਂ ਜਿਵੇਂ ਆਪਾਂ ਦੇਖ ਰਹੇ ਹਾਂ ਜਾਂ ਦਰਸ਼ਕ ਦੇਖ ਰਹੇ ਨੇ, ਤੁਸੀਂ ਖੁਦ ਇਸ ਇੰਜਰੀ ਤੋਂ ਹੋ ਕੇ ਗੁਜ਼ਰੇ ਹੋ, ਹਨਾ। ਤੇ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਇੱਕ ਆਪ ਇੰਸਪੀਰੇਸ਼ਨ ਹੋ, ਇੱਕ ਆਪ ਮੋਟੀਵੇਸ਼ਨ ਬਣਦੇ ਹੋ ਲੋਕਾਂ ਦੀ। ਸੋ ਜਦੋਂ ਵੀ ਨਾ ਸਪਾਈਨਲ ਇੰਜਰੀ ਹੁੰਦੀ ਹੈ, ਜਦੋਂ ਬੈੱਡ ਤੇ ਅਸੀਂ ਚਲ ਜਾਂਦੇ ਨਾ ਤਾਂ ਮੋਰਲ ਡਾਊਨ ਹੋ ਜਾਂਦਾ, ਉੱਠਣ ਦੀ ਹਿੰਮਤ ਨਹੀਂ ਹੁੰਦੀ। ਸੋ ਜ਼ਿੰਦਗੀ ਦੀ ਸ਼ੁਰੂਆਤ ਨਵੀਂ ਦੁਬਾਰਾ ਕਿਵੇਂ ਕੀਤੀ ਕਿ ਮੈਂ ਉੱਠ ਕੇ ਕੁਝ ਕਰ ਸਕਦਾ? ਬਿਲਕੁਲ ਮੈਮ, ਜਿਵੇਂ ਤੁਸੀਂ ਕਿਹਾ ਕਿ ਮੋਰਲ ਡਾਊਨ ਹੋ ਜਾਂਦਾ ਹੈ ਕਿਉਂਕਿ ਅਵੇਅਰਨੈਸ ਦੀ ਬਹੁਤ ਕਮੀ ਹੈ। ਜਦੋਂ ਵੀ ਇਹ ਇੰਜਰੀ ਹੁੰਦੀ ਹੈ ਤਾਂ ਇੰਜਰੀ ਤੋਂ ਬਾਅਦ ਸਡਨ ਆਪਰੇਟ ਹੋ ਜਾਂਦਾ ਹੈ। ਆਪਰੇਟ ਤੋਂ ਬਾਅਦ ਅੱਗੇ ਕੀ ਕਰਨਾ ਨਹੀਂ ਪਤਾ ਹੁੰਦਾ। ਸੋ ਉਸ ਦੇ ਵਿੱਚੋਂ ਦੀ ਲਾਈਫ ਨੂੰ ਬਾਹਰ ਕੱਢਣਾ ਬਹੁਤ ਟਫ ਹੁੰਦਾ ਕਿਉਂਕਿ ਤੁਹਾਡੀ ਜਿਹੜੀ ਫੈਮਿਲੀ ਹੈ ਉਹ ਤੁਹਾਨੂੰ ਸੰਭਾਲਣ ਦੇ ਵਿੱਚ ਲੱਗ ਜਾਂਦੀ ਹੈ। ਫੋਰ ਐਗਜ਼ਾਮਪਲ, ਫੈਮਿਲੀ ਦੇ ਦੋ ਮੈਂਬਰ ਨੇ, ਮੰਨ ਲਓ ਮੈਂ ਜਾਂ ਮੇਰਾ ਬ੍ਰਦਰ ਸੀਗਾ। ਮੇਰਾ ਬ੍ਰਦਰ ਮੈਨੂੰ ਸੰਭਾਲਣ 'ਚ ਲੱਗ ਗਿਆ, ਮੈਂ ਬੈੱਡ ਤੇ ਆ ਗਿਆ। ਫੈਮਿਲੀ ਇਨਕਮ ਬੰਦ ਹੋਣੀ ਸ਼ੁਰੂ ਹੋ ਗਈ ਹੈ। ਜੋ ਸਾਡੇ ਕੋਲ ਸੇਵਿੰਗਸ ਹੁੰਦੀਆਂ ਉਹ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ। ਇੱਕ ਦਾ ਟਾਈਮ ਆ ਕੇ ਪਤਾ ਲੱਗਦਾ ਕਿ ਯਾਰ ਕੁਛ ਨਹੀਂ ਹੈ ਹੁਣ ਖਾਲੀ। ਫਿਰ ਉਹ ਕਿਸੇ ਵੀ ਤਰੀਕੇ ਮਤਲਬ ਵੀਲਚੇਅਰ ਨੂੰ ਐਕਸੈਪਟ ਕੀਤਾ ਜਾਂਦਾ, ਮਤਲਬ ਕੋਈ ਕਰ ਲੈਂਦਾ ਤੇ ਕੋਈ ਨਹੀਂ ਕਰਦਾ। ਤੇ ਮੈਂ ਆਪਣੀ ਵੀਲਚੇਅਰ ਨੂੰ ਐਕਸੈਪਟ ਕਰਕੇ ਆਪਣੀ ਲਾਈਫ ਨੂੰ ਫਿਰ ਸਟਾਰਟ ਕਰਨਾ ਸ਼ੁਰੂ ਕੀਤਾ। ਜਦੋਂ ਸਟਾਰਟ ਕੀਤਾ ਸੀ ਉਦੋਂ ਬਹੁਤ ਟਫ ਸੀਗਾ ਕਿਉਂਕਿ ਸਾਡੇ ਲਈ ਇੱਥੇ ਕੀ ਹੈ ਕਿ ਹਿੰਦੁਸਤਾਨ ਦੇ ਵਿੱਚ ਇਨਫਰਾਸਟਰਕਚਰ ਐਕਸੈਸਿਬਲ ਨਹੀਂ ਹੈ। ਕਿਤੇ ਵੀ ਅਸੀਂ ਜੌਬ ਕਰਦੇ ਹਾਂ ਤਾਂ ਸਾਡੇ ਅਕੋਰਡਿੰਗਲੀ ਵੀਲਚੇਅਰ ਦੇ ਅਕੋਰਡਿੰਗਲੀ ਕੋਈ ਵੀ ਇਨਫਰਾਸਟਰਕਚਰ ਨਹੀਂ ਹੈ। ਕੋਈ ਵੀ ਟਰਾਂਸਪੋਰਟੇਸ਼ਨ ਵੀਲਚੇਅਰ ਦੇ ਅਕੋਰਡਿੰਗਲੀ ਨਹੀਂ ਹੈਗਾ। ਜਾਂ ਮਤਲਬ ਕਹੀਏ ਕਿ ਕਿਤੇ ਜਾਣਾ ਅਗਰ ਜੌਬ ਦੇ ਦੌਰਾਨ ਤਾਂ ਤੁਹਾਡਾ ਸੈਲਰੀ ਪੈਕੇਜ ਹੈ ਉਹਨਾਂ ਖਰਚਾ ਇੱਕ ਵੀਲਚੇਅਰ ਯੂਜ਼ਰ ਨੂੰ ਆਉਣ ਜਾਣ ਦੇ ਵਿੱਚ ਟਰਾਂਸਪੋਰਟੇਸ਼ਨ 'ਚ ਲੱਗ ਜਾਂਦਾ। ਤੇ ਇਸ ਤਰੀਕੇ ਨਾਲ ਫਿਰ ਹਰ ਬੰਦਾ ਸੋਚਦਾ ਹੈ ਕਿ ਮੈਂ ਕੁਛ ਨਾ ਕੁਛ ਆਪਣਾ ਹੀ ਛੋਟਾ ਮੋਟਾ ਕਰ ਲਵਾਂ ਜਿਹਦੇ ਨਾਲ ਮੇਰੀ ਥੋੜ੍ਹੀ ਇਨਕਮ ਹੋ ਜਾਵੇ। ਸੋ ਇਹੀ ਚੀਜ਼ਾਂ ਸੋਚ ਕੇ ਮੈਂ ਆਪਣਾ ਸਟਾਰਟ ਕੀਤਾ ਸੀ। ਸੋ ਮਤਲਬ ਕਿ ਤੁਸੀਂ ਹਿੰਮਤ ਨਹੀਂ ਹਾਰੀ, ਤੁਸੀਂ ਹੌਸਲਾ ਕੀਤਾ, ਕਿਉਂਕਿ ਬੰਦਾ ਇੱਕ ਵਾਰੀ ਡਿੱਗੇਗਾ, ਦੋ ਵਾਰੀ ਡਿੱਗੇਗਾ, ਬੰਦਾ ਹੌਸਲਾ ਕਰਕੇ ਉੱਠ ਜਾਂਦਾ ਕਿ ਨਹੀਂ, ਮੈਂ ਆਪਦੀ ਜ਼ਿੰਦਗੀ ਆਪ ਜਿਉਣੀ ਹੈ ਤੇ ਕਿਸੇ ਤੇ ਨਿਰਭਰ ਨਹੀਂ ਕਰਨਾ। ਸੋ ਇਸੇ ਦੇ ਨਾਲ ਸਪਾਈਨਲ ਇੰਜਰੀ ਦੀ, ਰੀੜ ਦੀ ਸੱਟ ਬਾਰੇ ਅਵੇਅਰਨੈਸ ਦਾ ਜ਼ਿਕਰ ਹੋਇਆ ਤਾਂ ਡਾਕਟਰ ਸਾਹਿਬ ਕਿਹਨਾਂ ਕਾਰਨਾਂ ਕਰਕੇ ਕਿਵੇਂ ਇਹ ਸੱਟ ਲੱਗ ਜਾਂਦੀ ਹੈ? ਮੈਮ ਬਹੁਤ ਤਰੀਕੇ ਨੇ ਇਹ ਸੱਟ ਲੱਗਣ ਦੇ। ਮੈਂ ਤਾਂ ਕਹੂੰਗਾ ਕਿ ਮਤਲਬ ਜਿੰਨਾ ਵੀ ਅਗਰ ਬਚਾਅ ਕਰ ਸਕਦੇ ਹੋ ਰੀੜ ਦੀ ਹੱਡੀ ਦਾ ਔਰ ਹੈਡ ਇੰਜਰੀ ਦਾ ਬਚਾਅ ਕੀਤਾ ਜਾਵੇ। ਮਤਲਬ ਬਾਈਕ ਤੇ ਆ ਤਾਂ ਹੈਲਮਟ ਜ਼ਰੂਰ ਪਾਈਏ ਕਿਉਂਕਿ ਰੀਜ਼ਨ ਹੈ ਕਿ ਤੁਸੀਂ ਸਹੀ ਚੱਲ ਰਹੇ ਹੋ, ਤੁਸੀਂ ਸਹੀ ਚਲਾ ਰਹੇ ਹੋ, ਸਾਹਮਣੇ ਉਹ ਕੌਣ ਗਲਤ ਆ ਗਿਆ ਨਹੀਂ ਪਤਾ। ਥੋੜੀ ਜੀ ਅਣਗਹਿਲੀ ਲਾਈਫ ਨੂੰ ਖਤਮ ਕਰ ਦਿੰਦੀ ਹੈ। ਤੁਸੀਂ ਆਪਣੇ ਫੈਮਿਲੀ ਮੈਂਬਰ ਦੇ ਆਪ ਹੀ ਕਮਾਉਣ ਵਾਲੇ ਹੋ, ਤੁਹਾਡੇ ਛੋਟੇ ਜਿਹੇ ਕਹਿ ਲਓ ਕਿ ਅਣਗਹਿਲੀ ਦੇ ਨਾਲ ਤੁਹਾਡੀ ਜ਼ਿੰਦਗੀ ਤਾਂ ਰੁਕੀ ਨਾਲ ਪਰਿਵਾਰ ਰੁਕ ਜਾਂਦਾ ਹੈ। ਉਹ ਜਦੋਂ ਪਰਿਵਾਰ ਰੁਕ ਜਾਂਦਾ ਤਾਂ ਫਿਰ ਕੁਝ ਵੀ ਅੱਗੇ ਉਹਨੂੰ ਨਜ਼ਰ ਨਹੀਂ ਆਉਂਦਾ ਹੈਗਾ। ਮੇਰੇ ਕੋਲ ਕੁਝ ਕੇਸ ਐਸੇ ਆਉਂਦੇ ਨੇ, ਮਤਲਬ ਸਾਡੇ ਵੀ ਹੱਥ ਖੜੇ ਹੋ ਜਾਂਦੇ ਕਈ ਵਾਰੀ ਕਿ ਨਿਊਲੀ ਮੈਰਿਡ ਹੁਣੀ, ਮੈਂ ਇੱਕ ਕੇਸ ਐਡਮਿਟ ਕੀਤਾ, ਨਿਊਲੀ ਮੈਰਿਡ ਹੈ ਤੇ ਮੁੰਡੇ ਦੀ ਇੰਜਰੀ ਹੋ ਗਈ ਬਾਈਕ ਤੋਂ ਜਾਂਦੇ ਹੋਏ।
ਉਹਨੂੰ ਲਾਈਫ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੁਕ ਜਾਂਦੀ ਹੈ। ਵਾਈਫ ਕਿਵੇਂ ਮੈਨੇਜ ਕਰੇ, ਕਿਉਂਕਿ ਕਮਾਉਣ ਵਾਲਾ ਉਹੀ ਸੀਗਾ, ਉਹ ਬੈੱਡ ਤੇ ਬੈਠ ਗਿਆ। ਜਦੋਂ ਉਹ ਬੈੱਡ ਦੇ ਉੱਤੇ ਬੈਠ ਗਿਆ ਤਾਂ ਉਹ ਕਿਸ ਤਰ੍ਹਾਂ, ਉਹ ਵਾਈਫ ਕਿੱਥੋਂ ਕਮਾ ਕੇ ਲਿਆਵੇ? ਜਾਂ ਤਾਂ ਉਹਨੂੰ ਸੰਭਾਲੂਗੀ ਜਾਂ ਕਮਾ ਕੇ ਲਿਆਊਗੀ। ਸੋ ਇਸ ਕਰਕੇ ਬਚਾਅ ਕਰਨਾ ਬਹੁਤ ਜ਼ਰੂਰੀ ਹੈ। ਬਾਈਕ ਐਕਸੀਡੈਂਟਸ ਨੇ, ਕਾਰ ਸੀਟ ਬੈਲਟ ਨਹੀਂ ਲਗਾਉਂਦੇ ਤਾਂ ਮੇਰੇ ਕੋਲ ਕੇਸ ਆਉਂਦੇ ਨੇ ਕਿ ਕਾਰ ਐਕਸੀਡੈਂਟ ਹੋਇਆ, ਸਾਹਮਣੇ ਸ਼ੀਸ਼ੇ 'ਚ ਵੱਜੇ, ਸਰਵਾਈਕਲ ਇੰਜਰੀ ਹੋ ਗਈ, ਗਲੇ ਦੀ ਹੱਡੀ ਟੁੱਟ ਗਈ, ਹਸਪੀਟਲ ਚਲ ਜਾਂਦੇ ਆ। ਡਾਕਟਰ ਸਾਹਿਬ ਦਾ ਕੰਮ ਹੁੰਦਾ, ਡਾਕਟਰ ਆਪਰੇਟ ਕਰ ਦਿੰਦੇ ਨੇ। ਆਪਰੇਟ ਕਰਨ ਤੋਂ ਬਾਅਦ ਡਾਕਟਰ ਦਾ ਰੋਲ ਖਤਮ ਹੋ ਜਾਂਦਾ ਉੱਥੇ। ਆਪਰੇਟ ਕਰਨ ਤੋਂ ਬਾਅਦ ਉਹ ਕਹਿੰਦੇ ਨੇ ਜੀ ਵੇਟ ਕਰ ਲਓ ਜਾਂ ਫਿਜ਼ੀਓਥੈਰੇਪੀ ਕਰਵਾ ਲਓ। ਹੁਣ ਫਿਜ਼ੀਓਥੈਰੇਪੀ ਜਦੋਂ ਕਰਵਾਉਣ ਅਸੀਂ ਜਾਂਦੇ ਹਾਂ, ਸ਼ੁਰੂ ਕਰ ਦਿੰਦੇ ਹਾਂ, ਇਹਦੇ ਵਿੱਚ ਬਹੁਤ ਪੇਸ਼ੈਂਸ ਰੱਖਣੇ ਪੈਂਦੇ ਇਸ ਇੰਜਰੀ ਦੇ ਵਿੱਚ। ਇਹ ਇੰਜਰੀ ਦੇ ਵਿੱਚ ਇੱਕ ਲੰਬਾ ਸਮਾਂ ਲੱਗ ਜਾਂਦਾ ਰਿਕਵਰੀ ਦਾ। ਸਮਹਾਉ ਕਈ ਵਾਰੀ ਨਹੀਂ ਹੋ ਪਾਉਂਦੀ ਰਿਕਵਰੀ। ਤਾਂ ਮੇਰਾ ਇਹ ਹੁੰਦਾ ਕਹਿਣਾ ਕਿ ਕਿਸੇ ਵੀ ਤਰੀਕੇ ਵੀਲਚੇਅਰ ਨੂੰ ਸਟਾਰਟਿੰਗ ਦੇ ਵਿੱਚ ਐਕਸੈਪਟ ਕਰੋ, ਆਪਣੀ ਲਾਈਫ ਨੂੰ ਸਟਾਰਟ ਕਰੋ ਐਂਡ ਉਸ ਤੋਂ ਬਾਅਦ ਨਾਲ ਨਾਲ ਆਪਣੀ ਰਿਕਵਰੀ ਲਈ ਜ਼ੋਰ ਲਗਾਉਂਦੇ ਰਹੋ। ਅੱਛਾ ਡਾਕਟਰ ਸਾਹਿਬ, ਬਾਈਕ ਤੋਂ ਐਕਸੀਡੈਂਟ ਦੇ ਨਾਲ ਹੋ ਜਾਂਦੀ ਹੈ, ਗੱਡੀ ਦੇ ਐਕਸਰਸਾਈਜ਼ਸ ਦੇ ਗੱਡੀ ਦੇ ਵਿੱਚ ਐਕਸੀਡੈਂਟ ਦੇ ਨਾਲ ਹੋ ਜਾਂਦੀ ਹੈ, ਹੋਰ ਕਿਹੜੇ ਕਾਰਨ ਨੇ? ਜੇ ਛੋਟੀਆਂ ਛੋਟੀਆਂ ਸੱਟਾਂ ਵੀ ਕੀ ਤੁਹਾਨੂੰ ਬੈੱਡ ਤੇ ਲੰਮੇ ਪਾ ਸਕਦੀਆਂ ਨੇ? ਬਿਲਕੁਲ ਬੈੱਡ ਤੇ? ਬਿਲਕੁਲ ਮੈਮ। ਲੇਡੀਜ਼ ਜਿਵੇਂ ਮੋਸਟ ਆਫ ਅਸੀਂ ਦੇਖਦੇ ਹਾਂ ਘਰਾਂ ਦੇ ਵਿੱਚ, ਕੱਪੜੇ ਸੁੱਕਣੇ ਪਾਏ ਕਿਸੇ ਨੇ ਛੱਤ ਤੇ, ਤਾਂ ਉਹ ਉਤਾਰ ਕੇ ਲਿਆ ਰਹੀਆਂ, ਪੌੜੀ ਰੇਲਿੰਗ ਨਹੀਂ ਹੈ, ਪੈਰ ਸਲਿੱਪ ਹੋ ਗਿਆ, ਗਿਰ ਗਏ। ਔਰ ਛੱਤ ਤੇ ਮਤਲਬ ਨੋਰਮਲੀ ਸਾਡੇ ਜਿਹੜੇ ਕਹਿ ਲਓ ਕਿ ਮਿਸਤਰੀ ਮਜ਼ਦੂਰ ਕੰਮ ਕਰ ਰਹੇ ਨੇ, ਸੈਕੰਡ ਫਲੋਰ, ਥਰਡ ਫਲੋਰ, ਕੋਈ ਵੀ ਸੇਫਟੀ ਇਕਵਿਪਮੈਂਟ ਯੂਜ਼ ਨਹੀਂ ਕੀਤਾ ਜਾਂਦਾ। ਮੈਂ ਕਦੀ ਨਹੀਂ ਦੇਖਿਆ। ਮੇਰੇ ਕੋਲ ਬਹੁਤ ਮਿਸਤਰੀ ਮਜ਼ਦੂਰ ਆਉਂਦੇ ਨੇ ਵਿਚਾਰੇ, ਜਿਨ੍ਹਾਂ ਦੇ ਸੱਟ ਲੱਗੀ ਹੋਈ ਹੈ, ਸੱਟ ਲੱਗ ਗਈ, ਉਹ ਪੈਰ ਤੋਂ ਗਿਰ ਗਿਆ ਨੀਚੇ, ਉਹਦੀ ਗਰਦਨ ਦੀ ਹੱਡੀ, ਮੇਰੇ ਕੋਲ ਰਾਈਟ ਨਾਓ ਵੀ ਇੱਕ ਮਿਸਤਰੀ ਹੈਗਾ, ਗਰਦਨ ਦੀ ਹੱਡੀ ਟੁੱਟ ਗਈ ਹੈ। 5 ਸਾਲ ਤੋਂ ਬੈੱਡ ਤੇ ਸੀਗਾ। ਹੁਣ ਉਹ ਕੀ ਕਰੇ? 5 ਸਾਲ ਤੋਂ ਕਿਵੇਂ ਘਰ ਚਲਾਏ? ਕਿਉਂਕਿ ਉਹ ਤਾਂ ਡੇਲੀ ਕਮਾ ਕੇ ਘਰ ਚਲਾ ਰਿਹਾ ਸੀਗਾ। ਤੇ ਜੇ ਅਸੀਂ ਘਰ ਬਣਾਉਣ ਲੱਗੇ, ਅਸੀਂ ਲੱਖਾਂ ਰੁਪਏ ਘਰ ਤੇ ਲਾ ਰਹੇ ਹਾਂ, ਅਸੀਂ ਅਗਰ 2-4 ਹਜ਼ਾਰ 5 ਹਜ਼ਾਰ ਦੇ ਸੇਫਟੀ ਇਕਵਿਪਮੈਂਟ ਉਹਨਾਂ ਨੂੰ ਪਵਾ ਦਾਂਗੇ ਨਾ, ਤਾਂ ਉਹ ਬਹੁਤ ਜ਼ਿਆਦਾ ਕਿਸੇ ਨਾ ਕਿਸੇ ਤਰੀਕੇ ਉਹਦੀ ਲਾਈਫ ਨੂੰ ਬਚਾ ਦੇਗਾ। ਵੂਮਨਸ ਘਰੇ ਕੰਮ ਕਰਦੀਆਂ ਨੇ, ਲੇਡੀਜ਼ ਮਤਲਬ ਆਪਣੇ ਘਰਾਂ ਦੇ ਵਿੱਚ ਆਪਾਂ ਕੰਮ ਕਰਦੇ ਹਾਂ, ਕਈ ਵਾਰੀ ਪਾਣੀ ਡੁੱਲਿਆ ਹੋਇਆ, ਅਸੀਂ ਮਾਰਬਲ ਬਹੁਤ ਵਧੀਆ ਕਹਿ ਕੇ ਲਵਾਉਂਦੇ ਹਾਂ, ਥੋੜਾ ਜਿਹਾ ਪਾਣੀ ਡੁੱਲਿਆ ਹੋਇਆ, ਪੈਰ ਸਲਿੱਪ ਹੋ ਜਾਂਦਾ ਹੈ, ਇੰਜਰੀ ਹੋ ਜਾਂਦੀ ਹੈ। ਸੋ ਬਹੁਤ ਤਰੀਕੇ ਨੇ ਮੈਮ, ਜਿੰਨਾ ਵੀ ਤੁਸੀਂ ਬਚਾ ਕਰਕੇ ਚੱਲ ਸਕਦੇ ਹੋ। ਮੇਰੇ ਕੋਲ ਬਹੁਤ ਕੇਸ ਆਉਂਦੇ ਨੇ, ਕੋਈ ਪੇੜ ਤੇ ਚੜਿਆ, ਪੇੜ ਦੀ ਟਾਹਣੀ ਟੁੱਟ ਗਈ, ਨੀਚੇ ਗਿਰ ਗਿਆ, ਜਾਂ ਮਤਲਬ ਜਿਹੜੇ ਹੈਗੇ ਨੇ ਸਟੇਅਰਸ ਤੋਂ ਪੈਰ ਸਲਿੱਪ ਹੋ ਕੇ ਪਿੱਛੇ ਲੱਗ ਗਿਆ। ਸੋ ਕਿਸੇ ਵੀ ਰੀਜ਼ਨ ਦੇ ਨਾਲ ਇੰਜਰੀ ਹੋ ਜਾਂਦੀ ਹੈ। ਮਤਲਬ ਛੋਟੀ ਜੀ ਸੱਟ ਕਦੋਂ ਤੁਹਾਡੇ ਲਈ ਘਾਤਕ ਹੋ ਜਾਂਦੀ ਹੈ, ਤੁਹਾਨੂੰ ਖੁਦ ਨਹੀਂ ਪਤਾ ਲੱਗਦਾ। ਕਦੋਂ ਤੁਹਾਡੀ ਲਾਈਫ ਚੱਲਦੇ ਫਿਰਦੇ ਤੋਂ ਬੈੱਡ ਤੇ ਆ ਗਈ, ਔਰ ਬੈੱਡ ਤੋਂ ਬਾਅਦ ਜਦੋਂ ਵੀਲਚੇਅਰ ਤੇ ਆਉਂਦੀ ਹੈ ਤਾਂ ਉਹਨੂੰ ਐਕਸੈਪਟ ਕਰਨਾ ਹਰ ਬੰਦੇ ਲਈ ਟਫ ਹੁੰਦਾ ਕਿ ਮੈਂ ਤਾਂ ਚੱਲਦਾ ਫਿਰਦਾ ਸੀਗਾ। ਤੇ ਉਹਦੇ ਸਾਹਮਣੇ ਜਦੋਂ ਡਾਕਟਰ ਵੀ ਇਹ ਗੱਲ ਰੱਖਦੇ ਨੇ ਕਿ ਯਾਰ ਤੂੰ ਹੁਣ ਮਤਲਬ ਚੱਲ ਨਹੀਂ ਸਕਦਾ ਤੇ ਹੁਣ ਤੂੰ ਵੀਲਚੇਅਰ ਤੇ ਆ, ਉਹ ਫਿਰ ਸਾਹਮਣੇ ਵਾਲਾ ਕਹਿੰਦਾ ਯਾਰ ਇਹ ਡਾਕਟਰ ਨੂੰ ਨਹੀਂ ਕੁਝ ਪਤਾ, ਸ਼ਾਇਦ ਅਸੀਂ ਦੂਜੀ ਜਗ੍ਹਾ ਜਾਈਏ। ਬਟ ਕੁਝ ਨਿਕਲਦਾ ਨਹੀਂ ਹੈ, ਕਿਉਂਕਿ ਸਪਾਈਨਲ ਕਾਰਡ ਦਾ ਇਲਾਜ ਅੱਜ ਦੀ ਡੇਟ ਤੱਕ ਦਾ ਵਰਲਡ ਵਾਈਡ 'ਚ ਨਹੀਂ ਹੈਗਾ ਕਿਤੇ ਵੀ। ਰੀਹੈਬਿਲਿਟੇਸ਼ਨ ਹੈ, ਤੁਹਾਨੂੰ ਜਦੋਂ ਵੀ ਕਿਸੇ ਨੂੰ ਰੱਬ ਨਾ ਕਰੇ ਇੰਜਰੀ ਹੋ ਜਾਂਦੀ ਹੈ ਤਾਂ ਰੀਹੈਬਿਲਿਟੇਸ਼ਨ ਦੇ ਵਿੱਚ ਜਾਓ, ਆਪਣੀ ਲਾਈਫ ਨੂੰ ਇੰਡੀਪੈਂਡੈਂਟ ਕਰੋ ਪਹਿਲਾਂ, ਠੀਕ ਹੈ। ਇੰਡੀਪੈਂਡੈਂਟ ਜਦੋਂ ਹੋਗੇ ਤਾਂ ਤੁਹਾਨੂੰ ਆਪਣੇ ਆਪ ਨੂੰ ਇਹ ਫੀਲ ਨਹੀਂ ਹੋਣਾ ਕਿ ਯਾਰ ਮੈਂ ਬੈੱਡ ਤੇ ਆ। ਕੁਛ ਨਾ ਕੁਛ ਅਰਨਿੰਗ ਸਟਾਰਟ ਹੋ ਜਾਏਗੀ, ਫੈਮਿਲੀ ਨੂੰ ਸਪੋਰਟ ਮਿਲੇਗੀ। ਐਟਲੀਸਟ ਤੁਸੀਂ ਫੈਮਿਲੀ ਨੂੰ ਦਿਓਗੇ ਨਹੀਂ ਤਾਂ ਲਓਗੇ ਵੀ ਨਹੀਂ ਉਹਨਾਂ ਤੋਂ। ਅੱਛਾ ਡਾਕਟਰ ਸਾਹਿਬ, ਇਹ ਤਾਂ ਹੋਇਆ ਕਿ ਜਦੋਂ ਨਿੱਕੀ ਜੀ ਸੱਟ ਸਾਡੇ ਲਈ ਘਾਤਕ ਹੋ ਜਾਂਦੀ ਹੈ, ਸੋ ਤੁਸੀਂ ਇਸ ਦੌਰ ਚੋਂ ਖੁਦ ਗੁਜ਼ਰੇ ਹੋ, ਹਨਾ, ਵੀ ਖੁਦ ਨਿਕਲੇ ਇਸ ਦੌਰ ਚੋਂ, ਤੁਹਾਡੀ ਖੁਦ ਇੰਜਰੀ ਹੋਈ ਹੈ। ਸੋ ਕੀ ਸੈਂਸੇਸ਼ਨ ਮਹਿਸੂਸ ਹੁੰਦੀ ਹੈ ਕਿ ਤੁਹਾਨੂੰ ਪਤਾ ਲੱਗ ਜਾਂਦਾ ਕਿ ਮੈਨੂੰ ਉੱਠਿਆ ਨਹੀਂ ਜਾ ਰਿਹਾ, ਚੱਲਿਆ ਨਹੀਂ ਜਾ ਰਿਹਾ? ਕਿਵੇਂ ਪਤਾ ਲੱਗਦਾ ਹੈ ਕਿ ਮੈਨੂੰ ਕੁਝ ਹੋ ਗਿਆ? ਮੈਮ ਜ਼ੀਰੋ ਸੈਂਸੇਸ਼ਨ, ਬਿਲਕੁਲ ਬਾਡੀ ਡੈਡ ਹੋ ਜਾਂਦੀ ਹੈ, ਬਾਡੀ ਵੇਟ ਨਹੀਂ ਲੈਂਦੀ ਹੈਗੀ, ਯੂਰਨ ਸਟੂਲ ਦੀ ਸੈਂਸੇਸ਼ਨ ਖਤਮ ਹੋ ਜਾਂਦੀ ਹੈ, ਲੈਟਰਿੰਗ ਬਾਥਰੂਮ ਦਾ ਨਹੀਂ ਪਤਾ ਲੱਗਦਾ ਹੈਗਾ, ਕਦੋਂ ਕੱਪੜੇ ਖਰਾਬ ਹੋ ਜਾਣਗੇ। ਇਸ ਕਾਰਨ 99% ਲੋਕ ਘਰਾਂ ਚੋਂ ਨਹੀਂ ਨਿਕਲਦੇ। ਯੂਰਨ ਬੈਗ ਲੱਗੇ ਹੋਏ ਨੇ ਕਿ ਯੂਰਨ ਦਾ ਕੋਈ ਕੰਟਰੋਲ ਨਹੀਂ ਹੈ, ਟਾਇਲਟ ਦਾ ਕੋਈ ਕੰਟਰੋਲ ਨਹੀਂ ਹੈ। ਤੋ ਇਸ ਕਾਰਨ ਉਸੇ ਟਾਈਮ ਜਿਸ ਜਗ੍ਹਾ ਤੇ, ਜਿਸ ਵਰਟੀਬਰਾ ਤੇ ਇੰਜਰੀ ਹੋ ਗਈ, ਗਲੇ ਤੇ ਲੱਗ ਗਈ ਤਾਂ ਕਈ ਵਾਰੀ ਹੱਥ ਔਰ ਪੈਰ ਦੋਨੋਂ ਰੁਕ ਜਾਂਦੇ ਨੇ, ਸਿਰਫ ਗਰਦਨ ਚੱਲਦੀ ਰਹਿ ਜਾਂਦੀ ਹੈ, ਜਾਂ 2 ਮਣਕੇ ਹੋਰ ਨੀਚੇ ਆ ਜਾਣਗੇ ਤਾਂ ਕਈ ਵਾਰੀ ਬਾਹਾਂ ਚੱਲਦੀਆਂ ਰਹਿ ਜਾਂਦੀਆਂ, ਫਿੰਗਰਸ ਕੰਮ ਕਰਨਾ ਬੰਦ ਕਰ ਦਿੰਦੀਆਂ ਨੇ। ਥੋੜਾ ਹੋਰ ਨੀਚੇ ਆ ਜਾਣਗੇ ਤਾਂ ਬਾਹਾਂ ਚੱਲਦੀਆਂ ਰਹਿ ਜਾਂਦੀਆਂ, ਲੋਅਰ ਬੋਡੀ ਕੰਮ ਕਰਨਾ ਬੰਦ ਕਰ ਦਿੰਦੀ ਹੈ। ਜਿਵੇਂ ਜਿਵੇਂ ਨੀਚੇ ਆਉਂਦੇ ਆ ਉਵੇਂ ਉਵੇਂ ਜਿਹੜੀ ਸੱਟ ਹੈ ਨੀਚੇ, ਐਂਡ ਲਾਸਟ ਤੇ ਆ ਕੇ ਵੀ ਜਿਹੜੀ ਅਗਰ ਲੋਅਰ ਬੋਡੀ ਤੇ ਵੀ, ਲੋਅਰ ਵਰਟੀਬਰਾਸ ਤੇ ਵੀ ਇੰਜਰੀ ਹੁੰਦੀ ਹੈ ਤਾਂ ਲੈਗਸ ਤੇ ਇਫੈਕਟ ਰਹਿੰਦਾ ਹੀ ਰਹਿੰਦਾ ਹੈ, ਔਰ ਯੂਰਨ ਸਟੂਲ ਤੇ ਵੀ ਇਫੈਕਟ ਰਹਿੰਦਾ ਹੀ ਰਹਿੰਦਾ ਹੈ ਕਿ ਨਹੀਂ ਪਤਾ ਲੱਗਦਾ। ਬਿਲਕੁਲ ਜ਼ੀਰੋ ਸੈਂਸੇਸ਼ਨ ਹੁੰਦੀ ਹੈ, ਤੁਹਾਨੂੰ ਕਿਸੇ ਚੀਜ਼ ਬਾਰੇ ਨਹੀਂ ਪਤਾ ਲੱਗਦਾ। ਮੈਮ ਇਸ ਇੰਜਰੀ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਕਿ ਬੈੱਡ ਸੋਰ ਹੋ ਜਾਂਦੇ ਨੇ।
ਬੈੱਡ ਸੋਰ ਨੂੰ ਨਾਰਮਲੀ ਲੋਕ ਲਾਈਟ ਲੈ ਲੈਂਦੇ ਨੇ, ਜਦੋਂ ਸ਼ੁਰੂ ਹੁੰਦਾ ਨਾ ਤਾਂ ਉਹ ਸਕਿਨ ਪਹਿਲਾਂ ਰੈੱਡ ਹੁੰਦੀ ਹੈ, ਫਿਰ ਬਲੈਕ ਹੁੰਦੀ ਹੈ, ਫਿਰ ਫਟ ਜਾਂਦੀ ਹੈ, ਉਹ 2-4 ਦਿਨਾਂ 'ਚ ਹੀ ਹੋ ਜਾਂਦਾ ਹੈ। ਪੇਸ਼ੈਂਟ ਦੀ ਇੰਜਰੀ ਹੋਈ, ਆਪਰੇਟ ਕੀਤਾ, ਘਰੇ ਆ ਗਿਆ, ਉਹ ਸਿੱਧਾ ਲਟਾਇਆ ਹੋਇਆ, ਉਹਦੇ ਬੈੱਡ ਸੋਰ ਹੋ ਗਿਆ। ਉਹ ਨਾਰਮਲੀ ਅਗਰ ਗੱਲ ਕਰਾਂਗੇ, ਛੋਟਾ ਜਿਹਾ ਫੋੜਾ ਹੋਇਆ ਜੀ, ਉਹ ਠੀਕ ਹੋ ਜਾਏਗਾ। ਬਟ ਬੈੱਡ ਸੋਰ ਇਟ ਲਾਈਕ ਅ ਦੀਮਕ, ਉਹ ਕਦੋਂ ਉਹ 4 ਦਿਨਾਂ 'ਚ ਅੰਦਰ ਹੱਡੀ ਤੱਕ ਚੱਲ ਜਾਣਾ, ਉਹਨੇ ਹੱਡੀ ਤੱਕ ਗਲਾ ਦੇਣੀ ਹੈ। ਉਹਦੇ ਤੋਂ ਬਚਣਾ ਬਹੁਤ ਜ਼ਰੂਰੀ ਹੈ। ਇਸ ਇੰਜਰੀ ਦੇ ਵਿੱਚ ਸਭ ਤੋਂ ਵੱਡੀ ਮਾਰ ਪੈਂਦੀ ਹੈ ਬੈੱਡ ਸੋਰ ਔਰ ਯੂਰਿਨ ਇਨਫੈਕਸ਼ਨ। ਇਹ ਦੋ ਚੀਜ਼ਾਂ ਤੋਂ ਅਗਰ ਪੇਸ਼ੈਂਟ ਬਚ ਜਾਂਦਾ ਵਾ ਤਾਂ ਉਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਮੈਨੂੰ 2012 ਦੇ ਵਿੱਚ ਇੰਜਰੀ ਹੋਈ ਸੀ, 11 ਸਾਲ ਹੋ ਗਏ ਆ। ਸੋ ਜੇ ਮੈਂ ਆਪਣੇ ਆਪ ਨੂੰ ਬਚਾ ਕੇ ਚੱਲ ਰਿਹਾ, ਮੇਰੀ ਸਿਟਿੰਗ ਤਕਰੀਬਨ 16 ਘੰਟੇ ਦੀ ਹੈ ਦਿਨ ਦੀ, ਤੇ ਮੈਂ ਕੋਸ਼ਿਸ਼ ਕਰਦਾ ਕਿ ਮੇਰੇ ਪੇਸ਼ੈਂਟਸ ਵੀ ਉਹ ਚੀਜ਼ਾਂ ਤੋਂ ਬਚਣ। ਅੱਛਾ ਡਾਕਟਰ ਸਾਹਿਬ, ਕਿਹੜੀ ਟ੍ਰੀਟਮੈਂਟ ਜਿਹੜੇ ਨੇ ਦਿੱਤੇ ਜਾਂਦੇ ਨੇ ਕਿ ਲੋਕ ਜਿਹੜੇ ਬਿਲਕੁਲ ਬੈੱਡ ਤੇ ਥੋੜਾ ਜਿਹਾ ਉੱਠਣ ਔਰ ਹਿੰਮਤ ਕਰਨ, ਕਿਹੜੀ ਕਿਹੜੀ ਟ੍ਰੀਟਮੈਂਟ ਜਿਹੜੀ ਉਹ ਪ੍ਰੋਵਾਈਡ ਕਰਵਾਉਂਦੇ ਹੋ? ਮੈਮ ਸਾਡੇ ਕੋਲ ਕੰਪਲੀਟਲੀ ਫਿਜ਼ੀਓਥੈਰੇਪੀ, ਆਕੂਪੇਸ਼ਨਲ ਥੈਰੇਪੀ ਜਿਹੜਾ ਹੈਗਾ ਰੀਹੈਬਿਲਿਟੇਸ਼ਨ ਹੈ। ਜੇ ਬੰਦੇ ਦੇ ਹੱਥ ਚੱਲਦੇ ਨੇ, ਦੋਨੋਂ ਬਾਹਾਂ ਚੱਲਦੀਆਂ ਨੇ, ਲੋਅਰ ਬੋਡੀ ਅਗਰ ਪੈਰਾਲਾਈਜ਼ ਹੈ, ਤਾਂ ਅਸੀਂ ਉਹਨੂੰ ਇੰਡੀਪੈਂਡੈਂਟਲੀ ਵੀਲਚੇਅਰ ਤੇ ਬੈਠਣਾ, ਲੈਟਰਿੰਗ ਬਾਥਰੂਮ ਜਾਣਾ, ਈਵਨ ਕਾਰ ਡਰਾਈਵ ਤੱਕ ਸਿਖਾ ਕੇ ਭੇਜਦੇ ਹਾਂ। ਹੈਂਡ ਮੋਡੀਫਾਈਡ ਗੱਡੀ ਸਿਖਾ ਕੇ ਭੇਜਦੇ ਹਾਂ ਕਿ ਐਟਲੀਸਟ ਉਹ ਆਪਣੇ ਜੋਗਾ ਹੋ ਜਾਵੇ। ਕੱਲ ਨੂੰ ਮਤਲਬ ਮੇਰਾ ਇਹ ਮੰਨਣਾ ਹੁੰਦਾ ਹੈ ਕਿ ਜੇ ਮੈਂ ਕਿਤੇ ਜਾਣਾ ਹੈ ਤਾਂ ਅਗਰ ਮੈਨੂੰ ਜਾਣ ਲਈ 2 ਜਣੇ ਮੈਨੂੰ ਬੁਲਾਣੇ ਪੈਣ ਕਿ ਆਓ ਮੈਨੂੰ ਲੈ ਕੇ ਜਾਓ, ਤੇ ਅਗਰ ਮੈਨੂੰ ਗੱਡੀ ਆਉਂਦੀ ਤਾਂ ਮੈਂ ਆਪ ਜਾ ਸਕਦਾ ਆਪਣੇ ਆਪ। ਸੋ ਉਨੀ ਕੁ ਮੇਰੀ ਹੈਲਪ ਵੀਲਚੇਅਰ ਰੱਖਣ ਕੱਢਣ ਦੀ ਕੋਈ ਵੀ ਕਰ ਦੇਗਾ ਜੀ। ਮੈਂ ਸੋ ਡਾਕਟਰ ਸਾਹਿਬ, ਇਹ ਤਾਂ ਹੋਇਆ ਕਿ ਤੁਸੀਂ ਟ੍ਰੀਟਮੈਂਟ, ਇੱਕ ਤਾਂ ਵੈਸੇ ਵੀ ਥੋੜਾ ਹੌਸਲਾ ਅਫਜ਼ਾਈ ਵੀ ਕਰਨੀ ਪੈਂਦੀ ਹੋਣੀ ਹੈ, ਕਿਉਂਕਿ ਕਿਸੇ ਨੂੰ ਬੈੱਡ ਤੋਂ ਉਠਾ ਕੇ ਉਹਨੂੰ ਕਹਿਣਾ ਕਿ ਵੀਲ ਚੇਅਰ ਤੇ, ਜਿਹੜਾ ਬਿਲਕੁਲ ਤੰਦਰੁਸਤ ਬੰਦਾ ਉਹ ਬੈੱਡ ਤੇ ਚਲ ਗਿਆ, ਬੈੱਡ ਤੋਂ ਵੀਲ ਚੇਅਰ ਤੇ ਲਾਉਣਾ, ਥੋੜਾ ਉਹਨਾਂ ਨੂੰ ਕਹਿ ਲਓ ਵੀ ਸਿਹਤਾਬੀ ਲਈ ਜਾਂ ਮੈਂਟਲ ਹੈਲਥ ਲਈ ਉਹਨਾਂ ਨੂੰ ਥੋੜਾ ਪ੍ਰਿਪੇਅਰ ਵੀ ਕਰਨਾ ਪੈਂਦਾ ਹੋਣਾ। ਸੋ ਪੇਸ਼ੈਂਸ ਦੀ ਮੈਨੂੰ ਲੱਗਦਾ ਕਿ ਇਹਦੇ ਵਿੱਚ ਬਹੁਤ ਲੋੜ ਹੁੰਦੀ ਹੈ ਪੇਸ਼ੈਂਟ ਨੂੰ, ਹਨਾ। ਸੋ ਜਿੱਦਾਂ ਤੁਸੀਂ ਕਿਹਾ ਕਿ ਬਹੁਤਾ ਸਮਾਂ ਲੱਗ ਜਾਂਦਾ, ਤਾਂ ਮੈਂ ਇਹੀ ਜਾਣਨਾ ਚਾਹਾਂਗੀ ਕਿ ਕਿਸ ਪੇਸ਼ੈਂਟ ਨੂੰ ਕਿੰਨਾ ਸਮਾਂ ਲੱਗ ਸਕਦਾ ਔਰ ਕਿਹੜੇ ਪੇਸ਼ੈਂਟ ਨੂੰ ਘੱਟ ਸਮਾਂ ਲੱਗਦਾ ਹੈ? ਮੈਮ ਜਿੰਨੀ ਜਲਦੀ ਇੰਜਰੀ ਤੋਂ ਜਿੰਨੀ ਜਲਦੀ ਉਹ ਰੀਹੈਬਿਲਿਟੇਸ਼ਨ 'ਚ ਚਲੇ ਜਾਂਦੇ ਹੈ। ਫੋਰ ਐਗਜ਼ਾਮਪਲ ਅੱਜ ਇੰਜਰੀ ਹੋਈ ਹੈ ਤਾਂ 1 ਤੋਂ 1.5 ਮਹੀਨੇ ਬਾਅਦ ਡਾਕਟਰ ਕਹਿ ਦਿੰਦੇ ਕਿ ਤੁਸੀਂ ਆਪਣੀ ਐਕਸਰਸਾਈਜ਼ ਸ਼ੁਰੂ ਕਰਵਾ ਲਓ। ਸੋ ਐਕਸਰਸਾਈਜ਼ ਸ਼ੁਰੂ ਕਰਵਾਉਣ ਦੀ ਬਜਾਏ ਉਹ ਰੀਹੈਬਿਲਿਟੇਸ਼ਨ 'ਚ ਜਾ ਕੇ ਕਰਵਾਉਣ ਤਾਂ ਉਹਨਾਂ ਦੀਆਂ ਐਕਟੀਵਿਟੀਜ਼ ਬਹੁਤ ਫਾਸਟ ਔਰ ਰਿਕਵਰੀ ਬਹੁਤ ਫਾਸਟ ਹੋਣੀ ਸ਼ੁਰੂ ਹੋ ਜਾਂਦੀ ਹੈ। ਡਿਪੈਂਡ ਕਰਦਾ ਹੈ ਇੰਜਰੀ ਕਿੰਨੀ ਹੋਈ ਹੈ। ਅਗਰ ਵਰਟੀਬਰਾ ਇੰਜਰੀ ਹੋਈ ਹੈ ਤਾਂ ਰਿਕਵਰੀ ਬਹੁਤ ਛੇਤੀ ਹੋ ਜਾਂਦੀ ਹੈ। ਅਗਰ ਸਪਾਈਨਲ ਕਾਰਡ ਇਫੈਕਟਡ ਹੋ ਗਈ ਹੈ ਤਾਂ ਉਹਦੇ ਵਿੱਚ ਰਿਕਵਰੀ ਦੇ ਚਾਂਸਸ ਹੋਰ ਘਟ ਜਾਂਦੇ ਹੈ। ਬਟ ਜਿਵੇਂ ਤੁਸੀਂ ਕਿਹਾ ਕਿ ਪੇਸ਼ੈਂਟ ਨੂੰ ਸਮਝਾਉਣਾ, ਪੇਸ਼ੈਂਟ ਦੀ ਕਾਉਂਸਲਿੰਗ ਬਹੁਤ ਜ਼ਰੂਰੀ ਹੈ, ਜੋ ਕਿ ਅਸੀਂ ਕਰਦੇ ਹਾਂ। ਕਾਉਂਸਲਿੰਗ ਤੋਂ ਬਾਅਦ ਫੈਮਿਲੀ ਦੀ ਕਾਉਂਸਲਿੰਗ ਬਹੁਤ ਜ਼ਰੂਰੀ ਹੈ। ਫੈਮਿਲੀ ਵੀ ਕਈ ਵਾਰੀ ਕੀ ਹੁੰਦਾ, ਫੈਮਿਲੀ ਐਕਸੈਪਟ ਨਹੀਂ ਕਰਦੀ ਕਿ ਸਾਡਾ ਬੱਚਾ ਵੀਲਚੇਅਰ ਤੇ ਕਿਉਂ ਰਵੇ, ਕਿ ਕਿਸੇ ਵੀ ਤਰੀਕੇ ਚੱਲਣਾ ਚਾਹੀਦਾ ਹੈ। ਵਾਈਫ ਨੂੰ ਇੰਜਰੀ ਹੋ ਗਈ ਤਾਂ ਹਸਬੈਂਡ ਨੂੰ ਐਕਸੈਪਟ ਕਰਨਾ ਬਹੁਤ ਜ਼ਰੂਰੀ ਹੈ ਕਿ ਹਾਂ ਕੋਈ ਗੱਲ ਨਹੀਂ, ਜੇ ਅਗਰ ਹੋ ਗਈ ਹੈ ਤਾਂ ਮੈਂ ਇਹਦਾ ਸਾਥ ਦੇਣਾ। ਅਗਰ ਹਸਬੈਂਡ ਨੂੰ ਹੋ ਗਈ ਤਾਂ ਵਾਈਫ ਨੂੰ ਬਹੁਤ ਜ਼ਰੂਰੀ ਹੈ। ਐਂਡ ਇਹਨਾਂ ਦੋਨਾਂ ਦੇ ਵਿੱਚ ਦੋਨਾਂ ਦੇ ਇਨ-ਲॉज ਨੂੰ ਵੀ ਬਹੁਤ ਜ਼ਰੂਰੀ ਹੈ। ਕਿਉਂਕਿ ਕੀ ਹੁੰਦਾ ਕਿ ਕਿਸੇ ਤਰੀਕੇ ਜਦੋਂ ਇੰਜਰੀ ਹੋਈ ਹੈ ਤਾਂ ਮੈਂ ਬਹੁਤ ਕੇਸਿਸ ਦੇ ਵਿੱਚ ਦੇਖਿਆ ਵਾ, ਜਦੋਂ ਇੰਜਰੀ ਹੋ ਗਈ ਤਾਂ ਇਨ-ਲॉज, ਚਾਹੇ ਉਹ ਮੁੰਡੇ ਵਾਲੇ ਚਾਹੇ ਕੁੜੀ ਵਾਲੇ, ਮੈਂ ਕਿਸੇ ਨੂੰ ਕਹੂੰਗਾ, ਉਹ ਕਹਿਣਗੇ ਕਿ ਹਾਂ ਵੀ ਹੁਣ ਇਹ ਚੱਲ ਨਹੀਂ ਸਕਦਾ, ਇਹਨੂੰ ਮਤਲਬ ਕੁੜੀ ਹੈ ਤਾਂ ਇਹਦੇ ਪੇਕੇ ਭੇਜ ਦਿਓ, ਮੁੰਡਾ ਹੈ ਤਾਂ ਕੁੜੀ ਨੂੰ ਕਹੋਗੀ ਛੱਡ ਦਿਓ, ਕੁੜੀ ਨੂੰ ਕਿਤੇ ਹੋਰ ਵਿਆਹ ਦਾਂਗੇ। ਪਰ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਜਦੋਂ ਵਿਆਹ ਸੀਗਾ ਉਦੋਂ ਨਾਰਮਲ ਸੀਗੇ, ਠੀਕ ਹੈ। ਤੁਸੀਂ ਉਹਨਾਂ ਨੂੰ ਇੱਕ ਕੋਸ਼ਿਸ਼ ਕਰਵਾਓਗੇ ਤਾਂ ਉਹਨਾਂ ਦੀ ਲਾਈਫ ਪਹਿਲਾਂ ਨਾਲੋਂ ਵਧੀਆ ਨਾਰਮਲ ਹੋ ਜਾਏਗੀ। ਔਰ ਮੈਨੂੰ ਲੱਗਦਾ ਕਿ ਇਸ ਮੌਕੇ ਹੀ ਸਭ ਤੋਂ ਜ਼ਿਆਦਾ ਇੱਕ ਪਾਰਟਨਰ ਦੇ ਸਾਥ ਦੀ ਲੋੜ ਹੁੰਦੀ ਹੈ, ਜਿਹੜਾ ਖੜ ਜਾਵੇ ਤੁਹਾਡੇ ਨਾਲ। ਉਹ ਵੈਸੇ ਹੀ ਹੌਸਲਾ ਵੱਧ ਜਾਂਦਾ ਪੇਸ਼ੈਂਟ ਦਾ ਵੀ। ਮੈਮ ਜੋ ਅਸੀਂ ਗੱਲ ਪਾਰਟਨਰ ਨਾਲ ਕਰ ਲੈਣੀ ਨਾ, ਪੇਰੈਂਟਸ ਨਾਲ ਨਹੀਂ ਹੋਣੀ। ਜੋ ਪਾਰਟਨਰ ਦਾ ਸਾਥ ਹੈ ਨਾ, ਉਹ ਇੱਕ ਡਿਫਰੈਂਟ ਹੈ। ਮੇਰੀ ਲਾਈਫ ਦੇ ਵਿੱਚ ਚੇਂਜ ਮੇਰੇ ਪਾਰਟਨਰ ਕਰਕੇ ਆਇਆ। 2012 ਚ ਮੇਰੀ ਇੰਜਰੀ ਹੋਈ ਸੀ, 16 ਦੇ ਵਿੱਚ ਮੈਂ ਵਿਆਹ ਕਰਾਇਆ, ਲਵ ਮੈਰਿਜ ਹੋਈ ਮੇਰੀ। ਮੇਰੇ ਪਾਰਟਨਰ ਨੇ ਆਪਣੇ ਪੂਰੇ ਪਰਿਵਾਰ ਦੇ ਅੰਗੇਜ ਜਾ ਕੇ ਮੇਰੇ ਨਾਲ ਵਿਆਹ ਕਰਾਇਆ, ਔਰ ਉਹਦੀ ਸਪੋਰਟ ਦੇ ਨਾਲ ਮੈਨੂੰ ਨਹੀਂ ਪਤਾ ਕਿ ਅਸੀਂ ਕਿੰਨੇ ਲੋਕਾਂ ਦੀਆਂ ਘਰਾਂ ਨੂੰ ਤੇ ਜ਼ਿੰਦਗੀਆਂ ਨੂੰ ਬਚਾ ਚੁੱਕੇ ਹਾਂ। ਬਾਕੀ ਜਿੱਦਾਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਡਾਕਟਰ ਗੁਰਜੋਤ ਆਪ ਇਨਸਪੀਰੇਸ਼ਨ ਬਣੇ ਨੇ, ਔਰ ਮੈਨੂੰ ਲੱਗਦਾ ਤੁਹਾਡੀ ਵਾਈਫ ਖੁਦ ਇੱਕ ਇਨਸਪੀਰੇਸ਼ਨ ਬਣੇ ਨੇ ਕਿ ਜਦੋਂ ਸਾਥ ਹੋਵੇ ਨਾਲ, ਹਨਾ, ਵੀ ਪਹਿਲਾ ਬੰਦਾ ਠੀਕ ਹੈ ਔਰ ਬਾਅਦ ਦੇ ਵਿੱਚ ਜਦੋਂ ਉਹਨੂੰ ਇੰਜਰੀ ਹੋ ਜਾਵੇ ਤੇ ਉਹਨੂੰ ਛੱਡ ਕੇ ਜਾਣਾ ਕੋਈ ਹੱਲ ਨਹੀਂ ਹੈ, ਉਹਦੇ ਨਾਲ ਖੜ ਕੇ ਉਹਦਾ ਸਾਥ ਦੇਣਾ ਹੈ। ਉਹ ਮੈਨੂੰ ਲੱਗਦਾ ਕਿ ਹੌਸਲਾ ਅਫਜ਼ਾਈ ਕਰਕੇ ਔਰ ਪੂਰੀ ਦੁਨੀਆ ਨੂੰ ਇਹ ਦਿਖਾ ਦੇਣਾ ਕਿ ਪਿਆਰ ਅੱਜ ਵੀ ਜਿਹੜਾ ਹੈ ਉਹ ਪਾਕ ਪਵਿੱਤਰ ਹੈ। ਬਿਲਕੁਲ ਮੈਮ, ਦੇਖੋ ਪਿਆਰ ਜਿਹੜਾ ਨਾ ਉਹ ਫਿਜ਼ੀਕਲ ਰਿਲੇਸ਼ਨ ਨਹੀਂ ਹੈ। ਪਿਆਰ ਜਿਹੜਾ ਨਾ ਉਹ ਮਤਲਬ ਇੱਕ ਰੂਹ ਦਾ ਪਿਆਰ ਹੈ।
ਸਾਡੇ ਦੋਨਾਂ ਨੂੰ ਦੇਖ ਕੇ ਬੜੇ ਘਰ ਬਚਦੇ ਆ। ਮਤਲਬ ਬੜੇ ਘਰਾਂ ਨੂੰ ਅਸੀਂ ਦੇਖਦੇ ਹਾਂ, ਜਦੋਂ ਕਈ ਵਾਰੀ ਕੋਈ ਹੁੰਦਾ ਨਾ, ਕੋਈ ਕੁੜੀ ਜਾਂ ਮੁੰਡਾ ਕਹਿ ਰਿਹਾ ਹੁੰਦਾ ਕਿ ਮੈਂ ਛੱਡਦਾ, ਅਸੀਂ ਉਹਨਾਂ ਨੂੰ ਬੈਠ ਕੇ ਅੱਧਾ ਪੌਣਾ ਘੰਟਾ 1 ਘੰਟਾ ਅਸੀਂ ਦੋਨਾਂ ਨੂੰ ਦਿੰਨੇ ਆ। ਜਦੋਂ ਉਹਨਾਂ ਨਾਲ ਗੱਲ ਕਰਦੇ ਆ ਤਾਂ ਉਹ ਰਵੱਈਆ ਚੇਂਜ ਹੋ ਜਾਂਦਾ ਹੈ। ਠੀਕ ਹੈ, ਜੇ ਤੁਸੀਂ ਸਾਥ ਦੇ ਰਹੇ ਹੋ ਤਾਂ ਅਸੀਂ ਵੀ ਦੇਵਾਂਗੇ ਇੱਕ ਦੂਜੇ ਦਾ। ਅਸੀਂ ਇੰਨਾ ਕੁ ਸ਼ੋਰ ਕਰ ਦਿੰਨੇ ਕਿ ਯਾਰ ਤੰਗੀਆਂ ਕਿੱਥੇ ਨੇ, ਜਦੋਂ ਪੈਸਾ ਨਹੀਂ ਆਉਂਦਾ ਉਦੋਂ ਹੀ ਤੰਗੀ ਹੈ, ਉਦੋਂ ਹੀ ਕਲੇਸ਼ ਹੈ। ਅਸੀਂ ਜੇ ਬੰਦੇ ਨੂੰ ਕਮਾਉਣ ਜੋਗਾ ਕਰ ਦੇਵਾਂਗੇ ਤਾਂ ਫਿਰ ਉਹ ਤੰਗੀ ਖਤਮ ਹੋ ਗਈ। ਜਦੋਂ ਨਾਰਮਲ ਹੈ, ਉਹ ਵੀ ਤਾਂ ਪੇਰੈਂਟਸ ਇਹੀ ਐਕਸੈਪਟ ਕਰਦੇ ਨੇ, ਕਮਾ ਕੇ ਲਿਆਵੇ ਤੇ ਸਾਡੀ ਕੁੜੀ ਨੂੰ ਖੁਸ਼ ਰੱਖੇ। ਤੇ ਜਦੋਂ ਅਸੀਂ ਬੰਦੇ ਨੂੰ ਇੰਡੀਪੈਂਡੈਂਟ ਕਰ ਦਾਂਗੇ, ਉਹ ਕਮਾਉਣ ਲੱਗ ਜਾਏਗਾ, ਤਾਂ ਆਪੇ ਖੁਸ਼ੀਆਂ ਆ ਗਈਆਂ ਘਰ 'ਚ। ਸਹੀ ਗੱਲ ਹੈ। ਸੋ ਹੁਣ ਫਿਰ ਤੋਂ ਰੀੜ੍ਹ ਦੀ ਹੱਡੀ ਤੇ ਆਵਾਂਗੇ। ਕਿਹਨਾਂ ਗੱਲਾਂ ਤੇ ਗੌਰ ਕਰਨ ਦੀ ਲੋੜ ਹੁੰਦੀ ਹੈ? ਰੀੜ੍ਹ ਦੀ ਹੱਡੀ ਦੀ ਸੱਟ ਨਾ ਲੱਗੇ ਇਸ ਕਰਕੇ ਵੀ, ਜਦੋਂ ਲੱਗ ਜਾਵੇ ਉਸ ਤੋਂ ਬਾਅਦ ਵੀ ਕਿਹਨਾਂ ਗੱਲਾਂ ਤੇ ਧਿਆਨ ਦੇਣ ਦੀ ਲੋੜ ਹੁੰਦੀ ਹੈ? ਮੈਮ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਸਾਡੇ ਯੰਗੈਸਟ ਬॉयਜ਼ ਹੈਗੇ ਆ, ਕੁੜੀਆਂ ਹੈਗੀਆਂ ਨੇ, ਜ਼ਰੂਰ ਮਤਲਬ ਮੈਂ ਕਹੂੰਗਾ, ਮੇਰਾ ਅਗਰ ਮੈਸੇਜ ਸੁਣਨਗੇ ਕਿ ਆਪਣੀ ਸਪੀਡ ਨੂੰ ਇੱਕ ਲਿਮਿਟ 'ਚ ਕਰਨ। ਜਿਹਨੂੰ ਉਹ ਪਤਾ ਉਹਨਾਂ ਨੂੰ ਕਿ ਜੇ ਮੈਂ ਚਲਾ ਰਿਹਾ, ਮੈਂ ਆਪਣੇ ਆਪ ਨੂੰ ਵੀ ਤੇ ਸਾਹਮਣੇ ਵਾਲੇ ਨੂੰ ਵੀ ਬਚਾਉਣਾ, ਐਟਲੀਸਟ ਡਿੱਗਣ ਤੋਂ ਬਚਾਉਣਾ। ਠੀਕ ਹੈ। ਦੂਸਰਾ, ਅੱਜ ਕੱਲ ਬੈਕ ਪੇਨ ਦੀ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਗਈ ਹੈ। ਠੀਕ ਹੈ, ਬੈਕ ਪੇਨ ਦੀ ਪ੍ਰੋਬਲਮ ਵਧਣ ਦਾ ਕਾਰਨ ਹੈ ਕਿ ਸਾਡੇ ਬੈਡ ਪੋਸਚਰ, ਬੈਠਣਾ ਬੈਡ ਪੋਸਚਰ ਦੇ ਵਿੱਚ, ਲੇਟਣਾ ਬੈਡ ਪੋਸਚਰ ਦੇ ਵਿੱਚ, ਅਸੀਂ ਟੀਵੀ ਦੇਖਦੇ ਹਾਂ, ਦੇਖਦੇ ਦੇਖਦੇ ਅਸੀਂ ਨੀਚੇ ਨੂੰ ਖਿਸਕ ਕੇ ਮਤਲਬ ਚੇਅਰ ਤੇ ਲੰਮੇ ਪਏ ਹੋਏ ਆ। ਉਹ ਬੈਡ ਪੋਸਚਰਸ ਨੇ, ਉਹ ਜਿਹੜੇ ਕਿ ਬਾਅਦ ਵਿੱਚ ਦਿੱਕਤ ਵਾਲੇ ਪਾਸੇ ਲਿਜਾ ਰਹੇ ਆ। ਮਸਲ ਸਟਿਫ ਹੋ ਜਾਂਦੇ ਨੇ। ਜਦੋਂ ਮਸਲ ਦੀ ਸਟਿਫਨੈਸ ਬਹੁਤ ਹੁੰਦੀ ਹੈ, ਅਨਫੋਰਚੂਨੇਟਲੀ ਬੰਦਾ ਗਿਰਦਾ ਤਾਂ ਉਹ ਇੰਜਰੀ ਹੋ ਜਾਂਦੀ ਹੈ। ਸੋ ਉਹ ਸਾਰੀਆਂ ਚੀਜ਼ਾਂ ਤੋਂ ਬਚਣਾ ਹੈ। ਐਕਸੀਡੈਂਟ, ਸੀਟ ਬੈਲਟ ਲਗਾਉਣੀ ਬਹੁਤ ਜ਼ਰੂਰੀ ਹੈ। ਸੀਟ ਬੈਲਟ ਦੀ ਵਜ੍ਹਾ ਨਾਲ ਲਗਾਉਣ ਕਰਕੇ ਸਰਵਾਈਕਲ ਇੰਜਰੀ ਦੇ ਚਾਂਸਸ ਬਹੁਤ ਵੱਧ ਜਾਂਦੇ ਨੇ। ਸੋ ਕਿਸੇ ਵੀ ਤਰੀਕੇ ਨਾਲ ਮੈਮ ਕੋਸ਼ਿਸ਼ ਹੋ ਸਕੇ, ਹਾਈਟ ਤੇ ਚੜ੍ਹਨਾ ਹੈ ਤਾਂ ਅਵੇਅਰਨੈਸ ਇਹ ਹੈ ਕਿ ਤੁਸੀਂ ਸੇਫਟੀ ਇਕਵਿਪਮੈਂਟਸ ਲੈ ਕੇ ਚੜ੍ਹੋ, ਜਾਂ ਕਿਸੇ ਵੀ ਤਰੀਕੇ ਨਾਲ ਜਦੋਂ ਚੜ੍ਹਨਾ ਤਾਂ ਪਹਿਲਾਂ ਦੇਖੋ ਕਿ ਅਗਰ ਅਨਫੋਰਚੂਨੇਟਲੀ ਕਿ ਅਗਰ ਪੈਰ ਸਲਿਪ ਹੋ ਜਾਂਦਾ ਜਾਂ ਕੁਝ ਹੋ ਜਾਂਦਾ ਇਹੋ ਜਿਹਾ, ਰੱਬ ਨਾ ਕਰੇ, ਤਾਂ ਤੁਹਾਡਾ ਬਚਾਅ ਕੀ ਹੈ, ਤੁਹਾਡਾ ਬਚਾਅ ਕਿਸ ਚੀਜ਼ ਦੇ ਵਿੱਚ ਹੈ, ਉਹ ਬਹੁਤ ਜ਼ਰੂਰੀ ਹੈ। ਤੁਸੀਂ ਆਪਣੇ ਮੈਂ ਕੱਲ ਵੀ ਮੇਰੇ ਫਲੈਕਸ ਬੋਰਡ ਲੱਗ ਰਹੇ ਸੀਗੇ, ਤੇ ਮੈਂ ਜਿਹੜਾ ਲਗਾਉਣ ਆਇਆ ਬੰਦਾ, ਮੈਂ ਉੱਪਰ ਗਿਆ ਤੇ ਮੈਨੂੰ ਕਹਿੰਦਾ ਜੀ ਮੈਂ ਚੜ੍ਹਨਾ ਉੱਪਰ। ਮੈਂ ਕਿਹਾ ਨਾ, ਚੜ੍ਹਨਾ ਨਹੀਂ ਹੈ, ਤੂੰ ਪਹਿਲਾਂ ਆਪਣੇ ਸੇਫਟੀ ਇਕਵਿਪਮੈਂਟਸ ਲੈ। ਨਹੀਂ ਹੈ ਤਾਂ ਜਾ ਕੇ ਮਤਲਬ ਇਹਦੀ ਜਿਹੜੀ ਮਤਲਬ ਤਕਰੀਬਨ 20 ਫੀਟ ਹਾਈਟ ਸੀਗੀ, ਮੈਂ ਕਿ ਘੋੜੀ ਜਾਂ ਪੌੜੀ ਲੈ ਕੇ ਆ ਤੇ ਉਹਨੂੰ ਅਵੇਅਰਲੀ ਚੜ੍ਹ। ਉਹ ਕਹਿੰਦਾ ਨਹੀਂ ਭਾਜੀ। ਮੈਂ ਕਿਹਾ ਯਾਰ ਤੁਸੀਂ 200-400 ਦੀ ਕਾਹਲੀ ਕਰਕੇ ਆਪਣੀ ਜ਼ਿੰਦਗੀ ਤੋਂ ਰਹਿ ਜਾਣਾ। ਸੋ 200-400 ਰੁਪਏ ਦੀ ਕਾਹਲੀ ਨਾ ਕਰੋ। ਤੁਸੀਂ ਸਮਝ ਲਓ ਕਿ ਇੱਕ ਦਿਹਾੜੀ ਮੇਰੀ ਘੱਟ ਲੱਗੀ ਹੈ, ਤੁਸੀਂ ਆਪਣੇ ਸੇਫਟੀ ਇਕਵਿਪਮੈਂਟਸ ਆਪ ਖਰੀਦ ਲਓ। ਉਹ ਬਚਾਅ ਜ਼ਰੂਰੀ ਹੈ। ਤੁਹਾਡਾ ਪਰਿਵਾਰ ਤੁਹਾਨੂੰ ਮਤਲਬ ਤੁਹਾਡੀ ਕਮਾਈ ਤੇ, ਤੁਹਾਡੇ ਬੱਚੇ ਤੁਹਾਡੀ ਕਮਾਈ ਤੇ ਬੈਠੇ ਨੇ, ਤੁਹਾਡੀ ਪਰਿਵਾਰ ਤੁਹਾਡਾ ਕਮਾਈ ਤੇ ਚੱਲਦਾ ਪਿਆ। ਅਗਰ ਤੁਹਾਨੂੰ ਕੁਝ ਹੋ ਜਾਂਦਾ ਹੈ ਤਾਂ ਉਹ ਸਾਰੇ ਸਿਸਟਮ ਹਿਲ ਜਾਂਦੇ ਆ। ਅੱਛਾ ਡਾਕਟਰ ਸਾਹਿਬ, ਜਦੋਂ ਟ੍ਰੀਟਮੈਂਟ ਤੁਸੀਂ ਦਿੰਦੇ ਹੋ, ਕਈ ਵਾਰੀ ਟ੍ਰੀਟਮੈਂਟ ਦੇ ਵਿੱਚ ਖੁਦ ਜਾਗਰੂਕ ਹੋ ਜਾਂਦੇ ਨੇ ਕਿ ਸਾਨੂੰ ਵੀਲ ਚੇਅਰ ਤੇ ਰਹਿਣਾ ਪੈਣਾ, ਜਾਂ ਟ੍ਰੀਟਮੈਂਟ ਘਰ ਦੇ ਵੀ ਮੰਨ ਜਾਂਦੇ ਨੇ ਕਰਾਉਣਾ ਪੈਣਾ। ਸੋ ਕਈ ਵਾਰੀ ਨਾ ਫਿਰ ਘਰਾਂ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਆ ਜਾਂਦੀਆਂ। ਕਈ ਵਾਰੀ ਕੋਈ ਚਿੜਚਿੜਾ ਹੋ ਜਾਂਦਾ ਕਿ ਤੈਨੂੰ ਹੀ ਦੇਖੀ ਜਾਵਾਂਗੇ, ਜਾਂ ਕਿੱਦਾਂ ਕਰਕੇ ਤੁਸੀਂ ਸਮਝ ਸਕਦੇ ਆ, ਹੈ ਨਾ। ਸੋ ਆਫਟਰ ਟ੍ਰੀਟਮੈਂਟ ਵੀ ਪੇਸ਼ੈਂਟ ਨੂੰ ਅਤੇ ਉਹਨਾਂ ਦੇ ਘਰ ਵਾਲਿਆਂ ਨੂੰ ਕਿਹਨਾਂ ਗੱਲਾਂ ਦਾ ਗੌਰ ਕਰਨਾ ਚਾਹੀਦਾ ਹੈ? ਮੈਮ ਦੇਖੋ, ਜਿਹੜੀ ਇਹ ਪ੍ਰੋਬਲਮ ਹੈ ਨਾ ਚਿੜਚਿੜਾਪਨ, ਇਹ ਚਿੜਚਿੜਾਪਨ ਉਦੋਂ ਹੁੰਦਾ ਹੈ ਜਦੋਂ ਅਸੀਂ ਬੈੱਡ ਤੇ ਹੁੰਨੇ ਆ। ਕਿ ਮੈਂ ਪਾਣੀ ਦਾ ਗਲਾਸ ਮੰਗਿਆ, ਮਤਲਬ ਮੇਰੇ ਮਦਰ ਕੋਈ ਕੰਮ ਕਰ ਰਹੇ ਨੇ, 2 ਮਿੰਟ ਉਹਨਾਂ ਨੇ ਧਿਆਨ ਨਹੀਂ ਦਿੱਤਾ ਤੇ ਮੈਂ ਇਰੀਟੇਟ ਹੋ ਗਿਆ ਕਿ ਮੈਂ ਪਾਣੀ ਨਹੀਂ ਦਿੱਤਾ, ਅੱਜ ਮੈਂ ਬੈਠਾ ਤੁਸੀਂ ਮੈਨੂੰ ਪਾਣੀ ਨਹੀਂ ਫੜਾਇਆ। ਤੇ ਜਦੋਂ ਮੈਂ ਵੀਲ ਚੇਅਰ ਤੇ ਆ ਤਾਂ ਮੈਂ ਉਹ ਕੰਮ ਵੀ ਕਰ ਰਹੇ ਨੇ ਤਾਂ ਮੈਂ ਗਿਆ ਜਾ ਕੇ ਮੈਂ ਲੈ ਲਿਆ, ਉਹ ਚੀਜ਼ ਖਤਮ ਹੋ ਜਾਂਦੀ ਹੈ। ਠੀਕ ਹੈ। ਉਸ ਤੋਂ ਬਾਅਦ ਹਾਂ, ਥੋੜ੍ਹੇ ਜਿਹੇ ਚੇਂਜਸ ਸਾਨੂੰ ਬਹੁਤ ਜ਼ਰੂਰੀ ਨੇ ਸਾਡੇ ਘਰਾਂ ਦੇ ਵਿੱਚ, ਕਿਉਂਕਿ ਜਦੋਂ ਵੀ ਅਸੀਂ ਘਰ ਬਣਾਉਂਦੇ ਹਾਂ ਤਾਂ ਮਤਲਬ ਅਸੀਂ ਵਾਸ਼ਰੂਮ ਸਭ ਤੋਂ ਛੋਟਾ ਬਣਾਉਂਦੇ ਹਾਂ। ਫਿਰ ਵੀਲ ਚੇਅਰ ਪਰਸਨ ਅੰਦਰ ਨਹੀਂ ਜਾ ਪਾਉਂਦਾ, ਉਹਦੇ ਦਰਵਾਜ਼ੇ ਬਹੁਤ ਛੋਟੇ ਹੁੰਦੇ ਆ। ਸੋ ਇਹ ਚੀਜ਼ਾਂ ਦੇ ਚੇਂਜਸ, ਜਿਹੜਾ ਵੀ ਕੋਈ ਘਰ ਬਣਾ ਰਿਹਾ ਉਹਨੂੰ ਚੇਂਜਸ ਬਹੁਤ ਜ਼ਰੂਰੀ ਹੈ। ਇਹ ਨਹੀਂ ਕਿ ਵੀਲ ਚੇਅਰ ਯੂਜ਼ਰ ਲਈ, ਕੱਲ੍ਹ ਨੂੰ ਅਸੀਂ ਵੀ ਓਲਡ ਏਜ ਹੋਣਾ। ਓਲਡ ਏਜ ਦੇ ਵਿੱਚ ਆ ਕੇ ਵੀ ਸਮ ਟਾਈਮ ਵੀਲ ਚੇਅਰ ਯੂਜ਼ ਕਰਨੀ ਪੈ ਜਾਂਦੀ ਹੈ ਓਲਡ ਏਜ ਪਰਸਨ ਨੂੰ। ਉਹਦੇ ਬਾਰੇ ਸੋਚ ਕੇ ਹੀ, ਮਤਲਬ ਆਪਣੇ ਬਾਰੇ ਸੋਚ ਕੇ ਹੀ ਫਿਊਚਰ ਦਾ ਅਸੀਂ ਵਾਸ਼ਰੂਮ ਦਾ ਦਰਵਾਜ਼ਾ ਉੱਦਾਂ ਦਾ ਬਣਾ ਦਈਏ, ਘਰ ਦੇ ਬਾਹਰ ਰੈਂਪ ਬਣਵਾ ਲਈਏ, ਤੇ ਉਹਦੇ ਨਾਲ ਬਹੁਤ ਫਰਕ ਪੈ ਜਾਂਦਾ ਹੈ। ਮੈਂ ਮਤਲਬ ਆਪਣੇ ਕਿਸੇ ਰਿਲੇਟਿਵ ਦੇ ਘਰ ਨਹੀਂ ਜਾ ਪਾਉਂਦਾ, ਕਿਉਂਕਿ ਕਾਰਨ ਹੈ ਕਿ ਉਹਨਾਂ ਦੇ ਘਰ ਦੇ ਬਾਹਰ ਪੌੜੀਆਂ ਨੇ, ਉਹਨਾਂ ਨੇ ਆਪਣੇ ਹਿਸਾਬ ਨਾਲ ਬਣਾਈਆਂ। ਸੋ ਫਿਰ ਕੋਈ ਕਹਿੰਦਾ ਕਿ ਆਂਦੇ ਨਹੀਂ, ਉਹ ਬੰਦਾ ਆਵੇ ਕਿਵੇਂ? ਤੁਹਾਡੇ ਤਾਂ ਮਤਲਬ ਪਹਿਲਾਂ ਹੀ ਪੌੜੀਆਂ ਲੱਗੀਆਂ ਹੋਈਆਂ ਨੇ। ਸੋ ਉਹ ਸਭ ਤੋਂ ਵੱਡੀ ਪ੍ਰੋਬਲਮ ਹੈ ਮੈਮ, ਐਕਸੈਸਿਬਿਲਿਟੀ ਸਭ ਤੋਂ ਵੱਡੀ ਦਿੱਕਤ ਹੈ। ਇਕੱਲੇ ਮਤਲਬ ਇੱਥੇ ਨਹੀਂ, ਤੁਸੀਂ ਕਿਸੇ ਹੋਟਲ ਚਲ ਜਾਓ, ਰੈਸਟੋਰੈਂਟ ਚਲ ਜਾਓ, ਕਿਤੇ ਵੀ ਰੈਂਪ ਨਹੀਂ ਹੈ। ਬੈਂਕਾਂ ਦੇ ਬਾਹਰ ਫਾਰਮੈਲਿਟੀ ਲਈ ਰੈਂਪ ਹੈ ਸਟ੍ਰੇਟ, ਜਿਹਨੂੰ ਨਾ ਤਾਂ ਕੋਈ ਚੜਾ ਸਕਦਾ ਨਾ ਲਾ ਸਕਦਾ।
ਸੋ ਡਾਕਟਰ ਗੁਰਜੋਤ, ਜਿਵੇਂ ਤੁਸੀਂ ਇੱਕ ਖੁਦ ਇਨਸਪੀਰੇਸ਼ਨ ਹੋ ਸਭ ਦੇ ਲਈ, ਮੈਨੂੰ ਲੱਗਦਾ ਕਿ ਇੱਕ ਅੱਧਾ ਮੈਸੇਜ ਜ਼ਰੂਰ ਕਨਵੇ ਕਰੋ, ਕਿਉਂਕਿ ਇੱਕ ਹੌਸਲਾ ਹੀ ਬਹੁਤ ਵੱਡਾ ਹੁੰਦਾ ਹੈ। ਦੋ ਸ਼ਬਦ ਹੀ ਕਿਸੇ ਲਈ ਬਹੁਤ ਵੱਡੇ ਹੋ ਜਾਂਦੇ ਨੇ, ਜਿਹਦੇ ਨਾਲ ਉਹਨੂੰ ਉਹਦੇ ਅੰਦਰ ਹੌਸਲਾ ਆ ਜਾਵੇ। ਜੇ ਕੋਈ ਬੈੱਡ ਤੇ ਆ ਜਾਂ ਫਿਰ ਜਿਹਨੂੰ ਮਤਲਬ ਫਿਕਰ ਨਹੀਂ ਹੈਗੀ, ਕਹਿ ਲਓ ਵੀ ਜਿੱਦਾਂ ਤੁਸੀਂ ਕਿਹਾ ਕਿ ਕਈ ਸਪੀਡ ਦੇ ਵਿੱਚ ਜਾਂਦੇ ਨੇ, ਕਾਰ ਸੀਟ ਬੈਲਟ ਨਹੀਂ ਲਾਉਂਦੇ, ਉਹਨਾਂ ਨੂੰ ਆਪਦੀ ਸਿਹਤ ਦਾ ਧਿਆਨ ਹੈ ਨਹੀਂ। ਸੋ ਮੈਨੂੰ ਲੱਗਦਾ ਕਿ ਕੋਈ ਦੋ ਸ਼ਬਦ ਦਾ ਮੈਸੇਜ ਜਿਹੜਾ ਤੁਸੀਂ ਸਾਨੂੰ ਦੇਣਾ ਚਾਹੋ, ਦਰਸ਼ਕਾਂ ਨੂੰ ਦੇਣਾ ਚਾਹੋ, ਤਾਂ ਕਿ ਅਗਲੇ ਗੌਰ ਕਰਨ ਔਰ ਉਹਨਾਂ ਦਾ ਹੌਸਲਾ ਵੀ ਵਧੇ। ਮੈਮ ਮੈਂ ਇਹੀ ਮੈਸੇਜ ਦੇਣਾ ਚਾਹੂੰਗਾ ਕਿ ਕਿਸੇ ਵੀ ਤਰੀਕੇ, ਸਭ ਤੋਂ ਪਹਿਲੀ ਗੱਲ ਕਿ ਪ੍ਰਮਾਤਮਾ ਨਾ ਕਰੇ ਤੁਹਾਡੇ ਜ਼ਿੰਦਗੀ 'ਚ ਕਦੀ ਵੀ ਇਹੋ ਜਿਹਾ ਟਾਈਮ ਆਵੇ ਕਿ ਤੁਹਾਨੂੰ ਕਿਸੇ ਨੂੰ ਜਾਂ ਤੁਹਾਡੇ ਕਿਸੇ ਰਿਲੇਟਿਵ ਨੂੰ ਵੀ ਇੰਜਰੀ ਹੋਵੇ, ਬਟ ਜਦੋਂ ਵੀ ਕੋਈ ਐਸਾ ਕੁਝ ਹੁੰਦਾ ਹੈ ਤਾਂ ਪ੍ਰੋਪਰ ਗਾਈਡੈਂਸ ਦੇ ਨਾਲ, ਡਾਕਟਰ ਦੀ ਗਾਈਡੈਂਸ ਦੇ ਨਾਲ, ਰੀਹੈਬਿਲਿਟੇਸ਼ਨ ਦੀ ਗਾਈਡੈਂਸ ਦੇ ਨਾਲ ਤੁਸੀਂ ਅੱਗੇ ਵਧੋ ਤਾਂ ਇਹ ਜਿਹੜੀ ਬਹੁਤ ਵੱਡੀ ਇੰਜਰੀ ਹੈ ਬੜੀ ਛੋਟੀ ਹੋ ਕੇ ਲਾਈਫ ਨਾਰਮਲ ਟਰੈਕ ਤੇ ਆ ਜਾਏਗੀ। ਬਹੁਤ ਬਹੁਤ ਸ਼ੁਕਰੀਆ ਡਾਕਟਰ ਗੁਰਜੋਤ, ਤੁਸੀਂ ਬਹੁਤ ਸੋਹਣੇ ਵਿਚਾਰ ਸ਼ੇਅਰ ਕੀਤੇ ਔਰ ਬਹੁਤ ਸੋਹਣੀਆਂ ਗੱਲਾਂ ਤੁਸੀਂ ਦੱਸੀਆਂ ਔਰ ਅਵੇਅਰ ਕੀਤਾ ਲੋਕਾਂ ਨੂੰ ਕਿ ਕਿਵੇਂ ਇੱਕ ਛੋਟੀ ਜਿਹੀ ਰੀੜ ਦੀ ਸੱਟ ਜਿਹੜੀ ਹੈ ਤੁਹਾਨੂੰ ਬੈੱਡ ਤੇ ਪਹੁੰਚਾ ਸਕਦੀ ਹੈ ਔਰ ਕਿਵੇਂ ਇਹ ਤੋਂ ਬਚਿਆ ਜਾ ਸਕਦਾ ਹੈ। ਬਹੁਤ ਬਹੁਤ ਸ਼ੁਕਰੀਆ ਡਾਕਟਰ ਗੁਰਜੋਤ। ਥੈਂਕ ਯੂ ਸੋ ਮਚ ਮੈਮ। ਸੋ ਇਹ ਸਨ ਡਾਕਟਰ ਗੁਰਜੋਤ, ਜਿਨ੍ਹਾਂ ਨੇ ਸਾਨੂੰ ਰੀੜ ਦੀ ਸੱਟ ਦੇ ਉੱਤੇ ਅਵੇਅਰਨੈਸ ਦੱਸੀ ਔਰ ਦੱਸਿਆ ਕਿ ਕਿਵੇਂ ਤੁਸੀਂ ਬਚ ਸਕਦੇ ਹੋ। ਜੇਕਰ ਤੁਸੀਂ ਇਸ ਸੱਟ ਦਾ ਸ਼ਿਕਾਰ ਹੋ ਗਏ ਹੋ, ਆਪਣਾ ਹੌਸਲਾ ਢਹਿ ਨਹੀਂ ਕਰਨਾ ਹੈ। ਔਰ ਉਹਨਾਂ ਨੇ ਦੱਸਿਆ ਕਿ ਕਿਵੇਂ ਆਪਣੇ ਆਪ ਅੰਦਰ ਹਿੰਮਤ ਤੇ ਹੌਸਲਾ ਲਿਆ ਕੇ ਆਪਣੀ ਜ਼ਿੰਦਗੀ ਨੂੰ ਜਿਹੜਾ ਹੈ ਅੱਗੇ ਤੋਰਿਆ ਜਾ ਸਕਦਾ ਹੈ। ਸੋ ਅੱਜ ਦੀ ਇੰਟਰਵਿਊ ਅਤੇ ਅੱਜ ਦੀ ਜਿਹੜੀ ਉਹਨਾਂ ਦੀ ਸਟੋਰੀ ਸੀ ਮੈਨੂੰ ਵੀ ਬਾ ਕਮਾਲ ਲੱਗੀ, ਇਸ ਕਰਕੇ ਸੋਚਿਆ ਤੁਹਾਡੇ ਨਾਲ ਵੀ ਜ਼ਰੂਰ ਸ਼ੇਅਰ ਕਰੀਏ। ਫਿਲਹਾਲ ਦੇ ਲਈ ਇੰਨਾ ਹੀ। ਕੈਮਰਾਮੈਨ ਅਵੀ ਦੇ ਨਾਲ ਮੈਂ ਅਮਨਦੀਪ, TV ਪੰਜਾਬ।